ਜਦੋਂ ਆਪਾਂ ਕਿਸੇ ਵੀ ਦੇਸ਼ ਦੇ ਸੰਵਿਧਾਨ ਬਾਰੇ ਸੋਚਦੇ ਹਾਂ ਤਾਂ ਅਕਸਰ ਕਾਨੂੰਨ ਅਤੇ ਨਿਯਮ ਹੀ ਦਿਮਾਗ ਵਿੱਚ ਆਉਂਦੇ ਨੇ। ਪਰ ਹਰ ਸੰਵਿਧਾਨ ਵਿੱਚ ਇੱਕ ਹਿੱਸਾ ਹੁੰਦਾ ਹੈ ਜਿਸ ਨੂੰ ਉਸ ਦੀ ਆਤਮਾ ਕਿਹਾ ਜਾਂਦਾ ਹੈ, ਤੇ ਭਾਰਤ ਲਈ ਉਹ ਹੈ ਸਾਡੀ ਪ੍ਰਸਤਾਵਨਾ। ਇਹ ਸਿਰਫ ਕੁਝ ਕਾਨੂੰਨੀ ਸ਼ਬਦਾਂ ਦਾ ਜੋੜ ਨਹੀਂ, ਬਲਕਿ ਇਹ ਸਾਡੇ ਦੇਸ਼ ਦੇ ਸੁਪਨਿਆਂ ਤੇ ਵਾਅਦਿਆਂ ਦਾ ਐਲਾਨਨਾਮਾ ਹੈ। ਚਲੋ ਅੱਜ ਇਸ ਨੂੰ ਹੋਰ ਡੂੰਘਾਈ ਨਾਲ ਸਮਝਦੇ ਹਾਂ। ਇੱਕ ਬਹੁਤ ਹੀ ਮਸ਼ਹੂਰ ਕਾਨੂੰਨੀ ਮਾਹਿਰ ਨੇ ਇਸ ਨੂੰ ਸੰਵਿਧਾਨ ਦਾ ਪਹਿਚਾਣ ਪੱਤਰ ਕਿਹਾ ਸੀ, ਤੇ ਇਹ ਗੱਲ ਬਿਲਕੁਲ ਸਹੀ ਬੈਠਦੀ ਹੈ। ਜ਼ਰਾ ਸੋਚ ਕੇ ਦੇਖੋ, ਜਿਵੇਂ ਸਾਡਾ ਆਈਡੀ ਕਾਰਡ ਇੱਕ ਝਲਕ ਵਿੱਚ ਦੱਸ ਦਿੰਦਾ ਹੈ ਕਿ ਅਸੀਂ ਕੌਣ ਹਾਂ, ਉਸੇ ਤਰ੍ਹਾਂ ਪ੍ਰਸਤਾਵਨਾ ਸਾਨੂੰ ਦੱਸਦੀ ਹੈ ਕਿ ਸਾਡਾ ਸੰਵਿਧਾਨ ਅਸਲ ਵਿੱਚ ਹੈ ਕੀ, ਇਸ ਦੇ ਆਦਰਸ਼ ਕੀ ਨੇ ਤੇ ਇਹ ਕਿਸ ਦਿਸ਼ਾ ਵੱਲ ਵਧਣਾ ਚਾਹੁੰਦਾ ਹੈ। ਤਾਂ ਫਿਰ ਆਖਿਰ ਇਹ ਪ੍ਰਸਤਾਵਨਾ ਹੈ ਕੀ? ਸੌਖੇ ਸ਼ਬਦਾਂ ਵਿੱਚ ਇਹ ਸਾਡੇ ਸੰਵਿਧਾਨ ਦੀ ਜਾਣ-ਪਛਾਣ ਹੈ, ਇੱਕ ਤਰ੍ਹਾਂ ਦਾ ਮੁੱਖਬੰਦ। ਇਹ ਉਹ ਪਹਿਲਾ ਪੰਨਾ ਹੈ ਜੋ ਪੂਰੀ ਕਿਤਾਬ ਦੀ ਕਹਾਣੀ ਦੱਸ ਦਿੰਦਾ ਹੈ। ਇਸ ਦਾ ਦਰਸ਼ਨ ਕੀ ਹੈ, ਇਸ ਦੇ ਆਦਰਸ਼ ਕੀ ਹਨ ਤੇ ਇਸ ਦੇ ਟੀਚੇ ਕੀ ਨੇ। ਤੁਸੀਂ ਕਹਿ ਸਕਦੇ ਹੋ ਕਿ ਇਹ ਉਹ ਨੀਂਹ ਹੈ ਜਿਸ ਤੇ ਸਾਡੇ ਦੇਸ਼ ਦੇ ਕਾਨੂੰਨ ਦੀ ਪੂਰੀ ਇਮਾਰਤ ਖੜੀ ਹੈ। ਤੇ ਇਹ ਕੋਈ ਰਾਤੋਂ ਰਾਤ ਤਿਆਰ ਕੀਤਾ ਗਿਆ ਦਸਤਾਵੇਜ਼ ਨਹੀਂ ਹੈ, ਇਸ ਦਾ ਇੱਕ ਪੂਰਾ ਇਤਿਹਾਸ ਹੈ। ਇਸ ਦੀ ਨੀਂਹ 1946 ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਉਦੇਸ਼ ਪ੍ਰਸਤਾਵ ਨਾਲ ਰੱਖੀ ਗਈ ਸੀ। ਕਾਫੀ ਬਹਿਸ ਤੇ ਵਿਚਾਰ ਵਟਾਂਦਰੇ ਤੋਂ ਬਾਅਦ 26 ਨਵੰਬਰ 1949 ਨੂੰ ਸਾਡੀ ਸੰਵਿਧਾਨ ਸਭਾ ਨੇ ਇਸ ਨੂੰ ਅਪਣਾਇਆ, ਤੇ ਫਿਰ 26 ਜਨਵਰੀ 1950 ਨੂੰ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਤਾਂ ਪ੍ਰਸਤਾਵਨਾ ਵੀ ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਲਾਗੂ ਹੋ ਗਈ। ਚਲੋ ਹੁਣ ਪ੍ਰਸਤਾਵਨਾ ਦੇ ਬਿਲਕੁਲ ਦਿਲ ਵਿੱਚ ਚੱਲਦੇ ਹਾਂ। ਇਸ ਦੇ ਪਹਿਲੇ ਹਿੱਸੇ ਵਿੱਚ 5 ਅਜਿਹੇ ਸ਼ਬਦ ਹਨ ਜੋ ਦੱਸਦੇ ਹਨ ਕਿ ਭਾਰਤ ਇੱਕ ਦੇਸ਼ ਵਜੋਂ ਕੀ ਹੈ। ਇਹ 5 ਸ਼ਬਦ ਇੱਕ ਤਰ੍ਹਾਂ ਨਾਲ ਭਾਰਤ ਦੇ ਚਰਿੱਤਰ ਦੀ ਪਰਿਭਾਸ਼ਾ ਦਿੰਦੇ ਨੇ। ਪਹਿਲਾ ਸ਼ਬਦ ਹੈ ਸਰਵਭੌਮ, ਯਾਨੀ ਕਿ ਸੋਵਰਨ। ਇਸ ਦਾ ਸਿੱਧਾ-ਸਾਦਾ ਮਤਲਬ ਹੈ ਕਿ ਭਾਰਤ ਆਪਣੇ ਫੈਸਲਿਆਂ ਦਾ ਖੁਦ ਮਾਲਿਕ ਹੈ, ਚਾਹੇ ਉਹ ਦੇਸ਼ ਦੇ ਅੰਦਰੂਨੀ ਮਾਮਲੇ ਹੋਣ ਜਾਂ ਬਾਹਰੀ। ਕੋਈ ਹੋਰ ਦੇਸ਼ ਸਾਨੂੰ ਇਹ ਨਹੀਂ ਦੱਸ ਸਕਦਾ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਅਸੀਂ ਪੂਰੀ ਤਰ੍ਹਾਂ ਆਜ਼ਾਦ ਹਾਂ। ਅੱਗੇ ਆਉਂਦਾ ਹੈ ਸੋਸ਼ਲਿਸਟ, ਯਾਨੀ ਸਮਾਜਵਾਦੀ। ਇਹ ਸਿਰਫ ਇੱਕ ਸਿਆਸੀ ਸ਼ਬਦ ਨਹੀਂ ਹੈ, ਇਹ ਇੱਕ ਵਚਨਬੱਧਤਾ ਹੈ, ਇੱਕ ਵਾਅਦਾ ਹੈ ਕਿ ਸਾਡਾ ਦੇਸ਼ ਸਮਾਜਿਕ ਅਤੇ ਆਰਥਿਕ ਬਰਾਬਰੀ ਲਿਆਉਣ ਦੀ ਕੋਸ਼ਿਸ਼ ਕਰੇਗਾ ਤਾਂ ਜੋ ਕੋਈ ਵੀ ਨਾਗਰਿਕ ਪਿੱਛੇ ਨਾ ਰਹਿ ਜਾਵੇ। ਤੀਜਾ ਸ਼ਬਦ ਧਰਮ ਨਿਰਪੇਖ। ਇਸ ਦਾ ਮਤਲਬ ਬਹੁਤ ਸਪਸ਼ਟ ਹੈ, ਸਰਕਾਰ ਦਾ ਆਪਣਾ ਕੋਈ ਧਰਮ ਨਹੀਂ ਹੋਵੇਗਾ। ਕਾਨੂੰਨ ਦੀਆਂ ਨਜ਼ਰਾਂ ਵਿੱਚ ਸਾਰੇ ਧਰਮ ਬਰਾਬਰ ਹਨ ਤੇ ਹਰ ਇੱਕ ਇਨਸਾਨ ਨੂੰ ਆਪਣੀ ਮਰਜ਼ੀ ਦੇ ਧਰਮ ਨੂੰ ਮੰਨਣ ਜਾਂ ਨਾ ਮੰਨਣ ਦੀ ਪੂਰੀ ਆਜ਼ਾਦੀ ਹੈ। ਲੋਕਤੰਤਰਿਕ, ਇਹ ਸ਼ਬਦ ਤਾਂ ਸਾਡੀ ਸਭ ਤੋਂ ਵੱਡੀ ਤਾਕਤ ਹੈ। ਇਸ ਦਾ ਮਤਲਬ ਹੈ ਕਿ ਅਸਲੀ ਸ਼ਕਤੀ ਜਨਤਾ ਦੇ ਹੱਥਾਂ ਵਿੱਚ ਹੈ। ਸਰਕਾਰ ਅਸੀਂ ਚੁਣਦੇ ਹਾਂ, ਆਪਣੀ ਵੋਟ ਦੇ ਜ਼ਰੀਏ। ਅਤੇ ਪੰਜਵਾਂ ਸ਼ਬਦ ਹੈ ਗਣਤੰਤਰ, ਯਾਨੀ ਕਿ ਰਿਪਬਲਿਕ। ਇਸ ਦਾ ਮਤਲਬ ਹੈ ਕਿ ਸਾਡੇ ਦੇਸ਼ ਦਾ ਸਭ ਤੋਂ ਉੱਚਾ ਅਹੁਦਾ, ਯਾਨੀ ਰਾਸ਼ਟਰਪਤੀ ਦਾ ਅਹੁਦਾ, ਕਿਸੇ ਰਾਜੇ ਮਹਾਰਾਜੇ ਦੀ ਵਿਰਾਸਤ ਨਹੀਂ ਹੈ। ਉਹ ਵੀ ਜਨਤਾ ਦੁਆਰਾ ਅਸਿੱਧੇ ਤੌਰ ਤੇ ਚੁਣੇ ਜਾਂਦੇ ਹਨ। ਇੱਥੇ ਸ਼ਾਸਨ ਪੀੜ੍ਹੀ ਦਰ ਪੀੜ੍ਹੀ ਨਹੀਂ ਚੱਲਦਾ। ਅੱਛਾ, ਇਹ ਤਾਂ ਹੋ ਗਈ ਦੇਸ਼ ਦੇ ਚਰਿੱਤਰ ਦੀ ਗੱਲ, ਪਰ ਦੇਸ਼ ਤਾਂ ਆਪਣੇ ਨਾਗਰਿਕਾਂ ਨਾਲ ਹੀ ਬਣਨਾ ਹੈ ਨਾ? ਤਾਂ ਪ੍ਰਸਤਾਵਨਾ ਅੱਗੇ ਸਾਨੂੰ, ਯਾਨੀ ਹਰ ਇੱਕ ਨਾਗਰਿਕ ਨੂੰ 4 ਵੱਡੇ ਵਾਅਦੇ ਕਰਦੀ ਹੈ। ਆਓ ਦੇਖਦੇ ਹਾਂ ਉਹ ਕੀ ਹਨ। ਪਹਿਲਾ ਤੇ ਸਭ ਤੋਂ ਵੱਡਾ ਵਾਅਦਾ ਹੈ ਨਿਆਂ ਦਾ। ਤੇ ਇਹ ਸਿਰਫ ਅਦਾਲਤਾਂ ਵਾਲਾ ਨਿਆਂ ਨਹੀਂ ਹੈ, ਇਹ ਸਮਾਜਿਕ ਨਿਆਂ, ਆਰਥਿਕ ਨਿਆਂ ਅਤੇ ਰਾਜਨੀਤਿਕ ਨਿਆਂ ਤਿੰਨਾਂ ਦੀ ਗੱਲ ਕਰਦਾ ਹੈ, ਤਾਂ ਜੋ ਸਮਾਜ ਦੇ ਹਰ ਤਬਕੇ ਨੂੰ ਬਰਾਬਰ ਦਾ ਹੱਕ ਮਿਲ ਸਕੇ। ਦੂਜਾ ਵਾਅਦਾ ਹੈ ਸੁਤੰਤਰਤਾ ਦਾ। ਸਾਨੂੰ ਸੋਚਣ ਦੀ, ਆਪਣੇ ਵਿਚਾਰ ਪ੍ਰਗਟ ਕਰਨ ਦੀ, ਕਿਸੇ ਵੀ ਚੀਜ਼ ਵਿੱਚ ਵਿਸ਼ਵਾਸ ਰੱਖਣ ਦੀ ਤੇ ਕਿਸੇ ਵੀ ਧਰਮ ਦੀ ਪੂਜਾ ਕਰਨ ਦੀ ਪੂਰੀ ਆਜ਼ਾਦੀ ਹੈ। ਇਹ ਉਹ ਬੁਨਿਆਦੀ ਹੱਕ ਹਨ ਜਿਨ੍ਹਾਂ ਤੋਂ ਬਿਨਾਂ ਇੱਕ ਸਿਹਤਮੰਦ ਲੋਕਤੰਤਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਤੀਜਾ ਵਾਅਦਾ ਹੈ ਸਮਾਨਤਾ ਦਾ, ਮਤਲਬ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੈ ਤੇ ਹਰ ਕਿਸੇ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣਗੇ, ਚਾਹੇ ਉਹ ਕਿਸੇ ਵੀ ਜਾਤ, ਧਰਮ, ਲਿੰਗ ਜਾਂ ਜਨਮ ਸਥਾਨ ਦਾ ਹੋਵੇ। ਅਤੇ ਚੌਥਾ ਵਾਅਦਾ ਹੈ ਭਾਈਚਾਰੇ ਦਾ। ਇਹ ਇੱਕ ਅਜਿਹੀ ਭਾਵਨਾ ਹੈ ਜੋ ਸਾਨੂੰ ਸਾਰਿਆਂ ਨੂੰ ਇੱਕ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਆਪਸ ਵਿੱਚ ਜੋੜਦੀ ਹੈ। ਇਹ ਸਿਰਫ ਏਕਤਾ ਦੀ ਗੱਲ ਨਹੀਂ ਕਰਦੀ, ਬਲਕਿ ਹਰ ਇੱਕ ਵਿਅਕਤੀ ਦੇ ਸਨਮਾਨ ਨੂੰ ਯਕੀਨੀ ਬਣਾਉਣ ਦੀ ਵੀ ਗੱਲ ਕਰਦੀ ਹੈ। ਪਰ ਇੱਥੇ ਇੱਕ ਬਹੁਤ ਵੱਡਾ ਸਵਾਲ ਖੜਾ ਹੋਇਆ, ਕੀ ਇਹ ਖੂਬਸੂਰਤ ਸ਼ਬਦ ਸਿਰਫ ਆਦਰਸ਼ਾਂ ਦੀ ਇੱਕ ਸੂਚੀ ਹਨ ਜਾਂ ਇਹਨਾਂ ਦੀ ਕੋਈ ਕਾਨੂੰਨੀ ਤਾਕਤ ਵੀ ਹੈ? ਕੀ ਇਹ ਸੰਵਿਧਾਨ ਦਾ ਹਿੱਸਾ ਹੈ? ਇਸ ਸਵਾਲ ਨੂੰ ਲੈ ਕੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਵਿੱਚ ਇੱਕ ਲੰਬੀ ਕਾਨੂੰਨੀ ਲੜਾਈ ਚੱਲੀ। ਇਸ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਡੇ ਸੰਵਿਧਾਨ ਦੇ ਇਤਿਹਾਸ ਵਿੱਚ ਪ੍ਰਸਤਾਵਨਾ ਵਿੱਚ ਸਿਰਫ ਤੇ ਸਿਰਫ ਇੱਕ ਵਾਰ ਬਦਲਾਅ ਕੀਤਾ ਗਿਆ ਹੈ। ਇਹ ਦਰਸਾਉਂਦਾ ਹੈ ਕਿ ਇਸ ਦਾ ਮੂਲ ਢਾਂਚਾ ਕਿੰਨਾ ਪੱਕਾ ਅਤੇ ਸਥਿਰ ਮੰਨਿਆ ਜਾਂਦਾ ਹੈ।
ਇਹ ਇਕਲੌਤਾ ਬਦਲਾਅ 1976 ਵਿੱਚ 42ਵੀਂ ਸੋਚ ਦੇ ਜ਼ਰੀਏ ਕੀਤਾ ਗਿਆ ਸੀ। ਉਸ ਵੇਲੇ ਇਸ ਵਿੱਚ 3 ਨਵੇਂ ਸ਼ਬਦ ਜੋੜੇ ਗਏ: ਸੋਸ਼ਲਿਸਟ, ਧਰਮ-ਨਿਰਪੇਖ ਅਤੇ ਅਖੰਡਤਾ। ਇਹਨਾਂ ਸ਼ਬਦਾਂ ਨੂੰ ਜੋੜ ਕੇ ਦੇਸ਼ ਦੇ ਸਮਾਜਵਾਦੀ ਅਤੇ ਧਰਮ-ਨਿਰਪੱਖ ਚਰਿੱਤਰ ਨੂੰ ਹੋਰ ਵੀ ਪੱਕਾ ਕਰ ਦਿੱਤਾ ਗਿਆ ਸੀ। ਇਸ ਦਾ ਕਾਨੂੰਨੀ ਸਫ਼ਰ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। 1960 ਦੇ ਬੈਰੂਬਾਰੀ ਕੇਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਨਹੀਂ ਹੈ, ਪਰ ਫਿਰ 1973 ਵਿੱਚ ਇਤਿਹਾਸਕ ਕੇਸ਼ਵਾਨੰਦ ਭਾਰਤੀ ਕੇਸ ਆਇਆ, ਜਿਸ ਨੇ ਪੁਰਾਣਾ ਫੈਸਲਾ ਪਲਟ ਦਿੱਤਾ ਤੇ ਕਿਹਾ ਕਿ ਪ੍ਰਸਤਾਵਨਾ ਬਿਲਕੁਲ ਸੰਵਿਧਾਨ ਦਾ ਹਿੱਸਾ ਹੈ। ਤੇ ਫਿਰ 1995 ਵਿੱਚ LIC ਆਫ ਇੰਡੀਆ ਕੇਸ ਵਿੱਚ ਇਸ ਨੂੰ ਸੰਵਿਧਾਨ ਦਾ ਇੱਕ ਅਨਿੱਖੜਵਾਂ ਅੰਗ ਐਲਾਨ ਦਿੱਤਾ ਗਿਆ। ਇਹ ਬਦਲਾਅ ਕਿੰਨਾ ਵੱਡਾ ਸੀ, ਇਸ ਨੂੰ ਇਸ ਤਰ੍ਹਾਂ ਸਮਝੋ। 1960 ਦੇ ਬੇਰੂਬਾਰੀ ਕੇਸ ਵਿੱਚ ਅਦਾਲਤ ਨੇ ਮੰਨਿਆ ਕਿ ਪ੍ਰਸਤਾਵਨਾ ਸੰਵਿਧਾਨ ਨਿਰਮਾਤਾਵਾਂ ਦੇ ਦਿਮਾਗ ਨੂੰ ਸਮਝਣ ਦੀ ਕੁੰਜੀ ਹੈ, ਪਰ ਇਹ ਕਾਨੂੰਨੀ ਤੌਰ ਤੇ ਉਸ ਦਾ ਹਿੱਸਾ ਨਹੀਂ ਹੈ। ਪਰ 1973 ਦੇ ਕੇਸ਼ਵਾਨੰਦ ਭਾਰਤੀ ਕੇਸ ਨੇ ਸਭ ਕੁਝ ਬਦਲ ਦਿੱਤਾ। ਅਦਾਲਤ ਨੇ ਸਾਫ਼ ਕਿਹਾ ਕਿ ਪ੍ਰਸਤਾਵਨਾ ਸਿਰਫ ਮਹੱਤਵਪੂਰਨ ਹੀ ਨਹੀਂ, ਬਲਕਿ ਸੰਵਿਧਾਨ ਦਾ ਇੱਕ ਅਟੁੱਟ ਹਿੱਸਾ ਹੈ। ਇਹ ਸੱਚਮੁੱਚ ਇੱਕ ਇਤਿਹਾਸਕ ਫੈਸਲਾ ਸੀ। ਤਾਂ ਇੰਨਾ ਕੁਝ ਸਮਝਣ ਤੋਂ ਬਾਅਦ ਆਪਾਂ ਆਖਰੀ ਸਵਾਲ ਤੇ ਆਉਂਦੇ ਹਾਂ। ਅੱਜ ਦੇ ਦੌਰ ਵਿੱਚ ਇਸ ਦੀ ਅਸਲ ਅਹਿਮੀਅਤ ਕੀ ਹੈ? ਇਹ ਸਿਰਫ ਇਤਿਹਾਸ ਦਾ ਇੱਕ ਪੰਨਾ ਬਣ ਕੇ ਕਿਉਂ ਨਹੀਂ ਰਹਿ ਜਾਂਦੀ? ਇਸ ਦਾ ਜਵਾਬ ਇਸ ਦੇ ਸ਼ੁਰੂਆਤੀ ਸ਼ਬਦਾਂ ਵਿੱਚ ਹੀ ਛੁਪਿਆ ਹੋਇਆ ਹੈ। ਅਸੀਂ ਭਾਰਤ ਦੇ ਲੋਕ। ਇਹ ਸ਼ਬਦ ਐਲਾਨ ਕਰਦੇ ਹਨ ਕਿ ਸੰਵਿਧਾਨ ਦੀ ਅਸਲੀ ਤਾਕਤ ਲੋਕਾਂ ਕੋਲ ਹੈ। ਇਹ ਸਾਨੂੰ ਯਾਦ ਦਿਵਾਉਂਦੇ ਹਨ ਕਿ ਅਸੀਂ ਇੱਕ ਸਰਬਭੌਮ, ਸੋਸ਼ਲਿਸਟ, ਧਰਮ-ਨਿਰਪੇਖ, ਲੋਕਤੰਤਰਕ ਗਣਤੰਤਰ ਬਣਾਉਣ ਦਾ ਵਾਅਦਾ ਕੀਤਾ ਹੈ, ਜਿੱਥੇ ਸਾਰਿਆਂ ਨੂੰ ਨਿਆਂ, ਸੁਤੰਤਰਤਾ, ਸਮਾਨਤਾ ਤੇ ਭਾਈਚਾਰਾ ਮਿਲੇ। ਇਹ ਸਿਰਫ ਸ਼ਬਦ ਨਹੀਂ, ਇੱਕ ਸੰਕਲਪ ਹੈ। ਤਾਂ ਜੇ ਆਪਾਂ ਇਸ ਨੂੰ ਸੰਖੇਪ ਵਿੱਚ ਸਮਝੀਏ ਤਾਂ ਪ੍ਰਸਤਾਵਨਾ 4 ਮੁੱਖ ਕੰਮ ਕਰਦੀ ਹੈ। ਪਹਿਲਾ, ਇਹ ਦੱਸਦੀ ਹੈ ਕਿ ਸੰਵਿਧਾਨ ਦੀ ਤਾਕਤ ਦਾ ਸਰੋਤ ਅਸੀਂ ਭਾਰਤ ਦੇ ਲੋਕ ਹਾਂ। ਦੂਜਾ, ਇਹ ਸੰਵਿਧਾਨ ਦੇ ਮੂਲ ਢਾਂਚੇ ਦੀ ਝਲਕ ਦਿੰਦੀ ਹੈ। ਤੀਜਾ, ਇਹ ਦੇਸ਼ ਦੇ ਆਦਰਸ਼ਾਂ ਅਤੇ ਉਦੇਸ਼ਾਂ ਨੂੰ ਸਾਡੇ ਸਾਹਮਣੇ ਰੱਖਦੀ ਹੈ। ਤੇ ਚੌਥਾ, ਜਦੋਂ ਵੀ ਸੰਵਿਧਾਨ ਦੀ ਕੋਈ ਧਾਰਾ ਸਮਝ ਨਾ ਆ ਰਹੀ ਹੋਵੇ ਤਾਂ ਇਹ ਇੱਕ ਮਾਰਗਦਰਸ਼ਕ ਵਜੋਂ ਕੰਮ ਕਰਦੀ ਹੈ। ਕਿਹਾ ਜਾਂਦਾ ਹੈ ਕਿ ਪ੍ਰਸਤਾਵਨਾ ਸੰਵਿਧਾਨ ਦਾ ਮਾਰਗਦਰਸ਼ਕ ਤਾਰਾ ਹੈ, ਇੱਕ ਅਜਿਹਾ ਤਾਰਾ ਜੋ ਸਾਨੂੰ ਹਮੇਸ਼ਾ ਸਹੀ ਰਸਤਾ ਦਿਖਾਉਣ ਲਈ ਮੌਜੂਦ ਹੈ। ਸਵਾਲ ਇਹ ਹੈ ਕਿ ਇਸ ਇਤਿਹਾਸਿਕ ਦਸਤਾਵੇਜ਼ ਦੀ ਰੋਸ਼ਨੀ ਅੱਜ ਦੇ ਸਮੇਂ ਵਿੱਚ ਸਾਡੇ ਦੇਸ਼ ਦਾ